ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਪਾਠ 2A ਭਾਰਤ ਦੀਆਂ ਭੌਤਿਕ ਇਕਾਈਆਂ ਬਾਰੇ ਪੜ੍ਹਾਂਗੇ। ਸਿੰਧ ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦੁਨੀਆ ਦੇ ਸਭ ਤੋਂ ਵੱਡੇ ਜਲੋੜ੍ਹ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹਨ। ਜੋ ਸਿੰਧ ਦਰਿਆ ਹੈ ਉਹ ਸਾਡੇ ਪੰਜਾਬ, ਸਿੰਧ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ, ਜੇਕਰ ਅਸੀਂ ਗੱਲ ਕਰੀਏ ਆਜ਼ਾਦੀ ਤੋਂ ਪਹਿਲਾਂ ਤਾਂ ਜੋ ਪੱਛਮ ਵਾਲਾ ਖੇਤਰ ਹੈ ਪੰਜਾਬ, ਜਿਸ ਨੂੰ ਪੰਜਾਬ ਕਿਹਾ ਜਾਂਦਾ ਸੀ, ਉਹ ਸਾਰਾ ਖੇਤਰ ਸਿੰਧ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਅਧੀਨ ਆ ਜਾਂਦਾ ਸੀ। ਸਿੰਧ, ਜਿਹਲਮ, ਝਨਾਬ, ਰਾਵੀ, ਬਿਆਸ ਅਤੇ ਸਤਲੁਜ, ਇਹ 5 ਨਦੀਆਂ ਸਿੰਧ ਦੀਆਂ ਸਹਾਇਕ ਨਦੀਆਂ ਹਨ। ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਵੰਡ ਹੋਈ। ਜਿਹਲਮ, ਝਨਾਬ ਅਤੇ ਰਾਵੀ ਪਾਕਿਸਤਾਨ ਦੇ ਹਿੱਸੇ ਆਏ ਅਤੇ ਬਿਆਸ ਅਤੇ ਸਤਲੁਜ ਸਾਡੇ ਵਰਤਮਾਨ ਪੂਰਬੀ ਪੰਜਾਬ, ਜਿਸ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਸ ਦੇ ਹਿੱਸੇ ਆਏ। ਤਾਂ ਸਿੰਧ ਗੰਗਾ ਹੈ ਜੋ ਇਹ ਉੱਤਰਾਖੰਡ, ਹਰਿਦੁਆਰ ਜੋ ਹਿੰਦੂਆਂ ਦਾ ਪਵਿੱਤਰ ਤੀਰਥ ਸਥਾਨ ਹੈ, ਅਤੇ ਹਰਿਦੁਆਰ ਉੱਤਰਾਖੰਡ ਦੇ ਵਿੱਚ, ਉੱਧਰ ਦੀ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਇੱਧਰ ਵਗਦੀ ਹੈ ਬ੍ਰਹਮਪੁੱਤਰਾ ਭਾਰਤ ਵਿੱਚ ਅਸਾਮ ਵਾਲੇ ਪਾਸੇ ਦੀ ਪ੍ਰਵੇਸ਼ ਕਰਦੀ ਹੈ ਅਤੇ ਅਖੀਰ 'ਤੇ ਗੰਗਾ ਅਤੇ ਬ੍ਰਹਮਪੁੱਤਰਾ ਬੰਗਲਾਦੇਸ਼ ਵਿੱਚ ਸੁੰਦਰਬਨ ਡੈਲਟਾ, ਜੋ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ, ਉਹ ਬਣਾਉਂਦੀਆਂ ਹਨ ਗੰਗਾ ਅਤੇ ਬ੍ਰਹਮਪੁੱਤਰਾ। ਗੰਗਾ ਅਤੇ ਬ੍ਰਹਮਪੁੱਤਰਾ ਬੰਗਾਲ ਦੀ ਖਾੜੀ, ਬੇ ਆਫ ਬੰਗਾਲ ਜਾ ਡਿੱਗਦੀਆਂ ਹਨ ਅਤੇ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਅਰਬ ਸਾਗਰ, ਅਰੇਬੀਅਨ ਸੀ ਦੇ ਵਿੱਚ ਜਾ ਡਿੱਗਦੀ ਹੈ। ਸਿੰਧ ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦੁਨੀਆ ਦੇ ਸਭ ਤੋਂ ਵੱਡੇ ਜਲੋੜ੍ਹ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹਨ। ਭਾਰਤ ਵਿੱਚ ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 180 ਤੋਂ 300 ਕਿਲੋਮੀਟਰ ਹੈ। ਭਾਰਤ ਵਿੱਚ ਇਸ ਤਿੰਨਾਂ ਨਦੀਆਂ ਦੇ ਜੋ ਖੇਤਰਫਲ ਹੈ, ਜਿੱਥੇ ਇਹਨਾਂ ਦਾ ਪਾਣੀ ਜਾਂਦਾ ਹੈ, ਜਿੱਥੋਂ ਦੀਆਂ ਵਗਦੀਆਂ ਹਨ, ਉਹ 2400 ਕਿਲੋਮੀਟਰ ਹੈ ਅਤੇ ਚੌੜਾਈ ਬਰੈਡਥ 150 ਤੋਂ ਲੈ ਕੇ 300 ਕਿਲੋਮੀਟਰ ਹੈ। ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦੀਆਂ ਖੇਤਰੀ ਭਿੰਨਤਾਵਾਂ ਇਸ ਦੀ ਖਾਸੀਅਤ ਹਨ। ਭਾਬਰ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਸਭ ਤੋਂ ਉੱਤਰ ਵਾਲੇ ਪਾਸੇ ਸਾਡੇ ਹਿਮਾਲਿਆ, ਜੋ ਗੰਗਾ, ਸਿੰਧ, ਬ੍ਰਹਮਪੁੱਤਰ ਹੈ, ਇਹ ਸਾਰੀਆਂ ਨਦੀਆਂ ਹਿਮਾਲਿਆ ਪਰਬਤ ਦੇ ਵਿੱਚੋਂ ਨਿਕਲਦੀਆਂ ਹਨ, ਕਿਉਂਕਿ ਹਿਮਾਲਿਆ ਪਰਬਤ ਬਰਫ਼ ਦਾ ਘਰ ਹੈ। ਉੱਥੋਂ ਸਾਰਾ ਸਾਲ ਇਹਨਾਂ ਨਦੀਆਂ ਨੂੰ ਬਰਫ਼ ਦਾ ਪਿਘਲਿਆ ਹੋਇਆ ਪਾਣੀ ਮਿਲਦਾ ਰਹਿੰਦਾ ਹੈ। ਤਾਂ ਫਿਰ ਜੋ ਹਿਮਾਲਿਆ ਹੈ ਉਸ ਦੀ ਵੀ ਵੰਡ ਕੀਤੀ ਹੋਈ, ਟਰਾਂਸ ਹਿਮਾਲਿਆ, ਮਹਾਨ ਹਿਮਾਲਿਆ, ਮੱਧ ਹਿਮਾਲਿਆ, ਹੇਠਲਾ ਹਿਮਾਲਿਆ। ਤਾਂ ਸਭ ਤੋਂ ਹੇਠ ਸਾਡਾ ਆ ਜਾਂਦਾ ਸ਼ਿਵਾਲਿਕ ਦੀਆਂ ਪਹਾੜੀਆਂ। ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਜੇਕਰ ਅਸੀਂ ਗੱਲ ਕਰੀਏ ਚੰਡੀਗੜ੍ਹ, ਜੋ ਚੰਡੀਗੜ੍ਹ ਸਾਡਾ ਪੰਜਾਬ ਦੀ ਰਾਜਧਾਨੀ ਹੈ, ਇਹ ਸ਼ਿਵਾਲਿਕ ਦੇ ਪੈਰਾਂ ਵਿੱਚ ਹੈ। ਚੰਡੀਗੜ੍ਹ ਦੇ ਨਾਲ ਨਾਲ ਹੁਸ਼ਿਆਰਪੁਰ, ਇਹ ਸਾਰੇ ਸ਼ਿਵਾਲਿਕ ਤੋਂ ਹੇਠਾਂ ਵਾਲੇ ਮੈਦਾਨ ਆ ਜਾਂਦੇ ਨੇ। ਤਾਂ ਸ਼ਿਵਾਲਿਕ ਦੇ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਇੱਥੇ ਨਦੀਆਂ ਕੰਕਰ ਪੱਥਰ ਜਮ੍ਹਾਂ ਕਰ ਦਿੰਦੀਆਂ ਹਨ, ਜਿਨ੍ਹਾਂ ਦਾ ਪਾਣੀ ਸੋਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਪੱਥਰਾਂ ਦੀ ਇਹ ਭਰਮਾਰ ਖੇਤੀਬਾੜੀ ਲਈ ਲਾਹੇਵੰਦ ਨਹੀਂ ਹੈ, ਅਤੇ ਇਸ ਨੂੰ ਅਸੀਂ ਭਾਬਰ ਕਹਿੰਦੇ ਹਾਂ। ਭਾਬਰ ਭਾਵ ਜਿੱਥੇ ਜੋ ਨਦੀਆਂ ਨੇ ਉੱਥੇ ਕੰਕਰ ਪੱਥਰ ਜਮ੍ਹਾਂ ਕਰ ਦਿੰਦੀਆਂ ਹਨ, ਅਤੇ ਇਹ ਖੇਤੀਬਾੜੀ ਦੇ ਪੱਖੋਂ ਜ਼ਿਆਦਾ ਉਪਜਾਊ ਨਹੀਂ ਹਨ, ਅਤੇ ਇਹਨਾਂ ਵਿੱਚ ਪਾਣੀ ਸੋਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।
ਇਹਨਾਂ ਮੈਦਾਨਾਂ ਨੂੰ ਅਸੀਂ ਕਹਿੰਦੇ ਹਾਂ ਭਾਬਰ ਦੇ ਮੈਦਾਨ, ਜੋ ਕੰਕਰ ਪੱਥਰ ਦੇ ਉੱਥੇ ਹੋਣ। ਤਰਾਈ, ਭਾਬਰ ਦੇ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਪੱਟੀ ਹੈ। ਫਿਰ ਭਾਬਰ ਤੋਂ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਪੱਟੀ ਹੈ, ਜੋ ਭਾਬਰ ਦੇ ਨਾਲ ਚੱਲਦੀ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਤਰਾਈ ਦੇ ਮੈਦਾਨ। ਭਾਵ ਇੱਥੇ ਸਿੱਲ ਜ਼ਿਆਦਾ ਹੁੰਦੀ ਹੈ। ਇਹ ਵੀ ਖੇਤੀਬਾੜੀ ਪੱਖੋਂ ਕੋਈ ਜ਼ਿਆਦਾ ਲਾਹੇਵੰਦ ਨਹੀਂ ਹੁੰਦੇ। ਬਾਂਗਰ ਦੇ ਇਲਾਕੇ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਹਨ, ਜਿੱਥੇ ਨਦੀਆਂ ਦੇ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ। ਬਾਂਗਰ ਮਿੱਟੀ ਪੁਰਾਣੀ ਮਿੱਟੀ ਹੈ। ਬਾਂਗਰ ਭਾਵ ਇਹ ਉੱਚੇ ਇਲਾਕੇ ਨੇ, ਨਦੀਆਂ ਤੋਂ ਦੂਰ। ਇੱਥੇ ਨਦੀਆਂ ਦੇ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ, ਭਾਵ ਇੱਥੇ ਹਰ ਸਾਲ ਨਵੀਂ ਮਿੱਟੀ ਨਹੀਂ ਜਮ੍ਹਾਂ ਹੁੰਦੀ, ਅਤੇ ਜੋ ਇੱਥੇ ਮਿੱਟੀ ਹੈ ਉਹ ਪੁਰਾਣੀ ਹੈ, ਅਤੇ ਇਸ ਖੇਤਰ ਨੂੰ ਕਹਿੰਦੇ ਨੇ ਬਾਂਗਰ। ਫਿਰ ਆ ਗਿਆ ਖਾਦਰ ਤੋਂ ਜੇ ਸ਼ਬਦ ਲਈਏ ਤਾਂ ਖਾਦ, ਭਾਵ ਇੱਥੇ ਹਰ ਸਾਲ ਖਾਦ ਪੈਂਦੀ ਰਹਿੰਦੀ ਹੈ, ਤਾਂ ਖਾਦਰ। ਬੇਟ ਜਾਂ ਖਾਡਰ ਨਵੀਂ ਜਲੋੜੀ ਮਿੱਟੀ ਹੈ, ਜੋ ਕਿ ਦਰਿਆਵਾਂ ਦੇ ਨਾਲ ਲੱਗਦੇ ਨੀਵੇਂ ਇਲਾਕੇ ਵਿੱਚ ਹੜ੍ਹਾਂ ਦੁਆਰਾ ਵਿਛਾਈ ਜਾਂਦੀ ਹੈ। ਇਹ ਮਿੱਟੀ ਉਪਜਾਊ ਹੁੰਦੀ ਹੈ। ਇੱਥੇ ਹਰ ਸਾਲ ਨਵੀਂ ਮਿੱਟੀ ਦਾ ਵਿਛਾਅ ਹੁੰਦਾ ਰਹਿੰਦਾ ਹੈ, ਜਿਸ ਨੂੰ ਖਾਦਰ ਜਾਂ ਬੇਟ ਕਿਹਾ ਜਾਂਦਾ। ਬੇਟ ਪੰਜਾਬ ਦੇ ਵਿੱਚ ਇਸ ਨੂੰ ਬੇਟ ਕਹਿੰਦੇ ਹਨ। ਇਸ ਤਰ੍ਹਾਂ ਅਸੀਂ ਇਹ ਸਲਾਈਡ ਪੜ੍ਹੀ ਅੱਜ। ਹੇਠਾਂ ਰੇਹ ਜਾਂ ਕਲਰ, ਇਹ ਬੰਜਰ ਮੈਦਾਨ ਹਨ ਜਿਨ੍ਹਾਂ ਦੀ ਮਿੱਟੀ ਖਾਰੀ ਹੁੰਦੀ ਹੈ। ਬੰਜਰ ਮੈਦਾਨਾਂ ਨੂੰ ਜਿਨ੍ਹਾਂ ਦੀ ਮਿੱਟੀ ਖਾਰੀ ਹੁੰਦੀ ਹੈ, ਉਹਨਾਂ ਨੂੰ ਰੇਹ ਦਾ ਕਲਰ ਰੱਖਦੇ ਹਨ। ਭੂਰ ਗੰਗਾ ਨਦੀ ਨਾਲ ਲੱਗਦੇ ਉੱਚੇ ਮੈਦਾਨਾਂ ਨੂੰ ਭੂੜ ਜਾਂ ਭੂਰ ਆਖਦੇ ਹਨ। ਬਹੁ ਵਿਕਲਪੀ ਪ੍ਰਸ਼ਨ, ਉੱਤਰੀ ਵਿਸ਼ਾਲ ਮੈਦਾਨਾਂ ਦੀ ਲੰਬਾਈ ਕਿੰਨੀ ਹੈ? 2400 ਕਿਲੋਮੀਟਰ ਹੈ। 2400 ਕਿਲੋਮੀਟਰ ਹੈ। ਪੁਰਾਣੀ ਮਿੱਟੀ ਦੇ ਮੈਦਾਨ ਕਿਹੜੇ ਮੈਦਾਨਾਂ ਨੂੰ ਕਿਹਾ ਜਾਂਦਾ? ਤਾਂ ਪੁਰਾਣੀ ਮਿੱਟੀ ਦੇ ਕਿਹੜੇ ਆ ਗਿਆ? ਬਾਂਗਰ। ਕਿਹੜੇ ਮੈਦਾਨਾਂ ਦੀ ਮਿੱਟੀ ਉਪਜਾਊ ਹੈ, ਜਿੱਥੇ ਹਰ ਸਾਲ ਨਵੀਂ ਮਿੱਟੀ ਜਮ੍ਹਾਂ ਹੁੰਦੀ ਹੈ? ਖਾਡਰ। ਇਹਨਾਂ ਮੈਦਾਨਾਂ ਦੀ ਮਿੱਟੀ ਉਪਜਾਊ ਹੈ। ਇਸ ਤੋਂ ਅੱਗੇ ਸਹੀ ਜਾਂ ਗਲਤ? ਭਾਬਰ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਭਾਬਰ ਬਿਲਕੁਲ ਸਹੀ ਹੈ। ਬਾਂਗਰ ਦੇ ਇਲਾਕੇ ਨਦੀਆਂ ਦੇ ਨੇੜੇ ਉੱਚੇ ਇਲਾਕੇ ਹੁੰਦੇ ਹਨ, ਇਹ ਵੀ ਬਿਲਕੁਲ ਸਹੀ ਹੈ, ਭਾਵ ਇੱਥੇ ਨਵੀਂ ਮਿੱਟੀ ਜਮ੍ਹਾਂ ਨਹੀਂ ਹੁੰਦੀ। ਗੰਗਾ ਨਦੀ ਨਾਲ ਲੱਗਦੇ ਉੱਚੇ ਮੈਦਾਨਾਂ ਨੂੰ ਭੂਰ ਕਿਹਾ ਜਾਂਦਾ ਹੈ, ਇਹ ਵੀ ਬਿਲਕੁਲ ਸਹੀ ਹੈ। ਭੂਰ ਜਾਂ ਭੂੜ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਇਹੀ ਸਲਾਈਡ ਸਾਡੀ ਇੰਗਲਿਸ਼ ਮੀਡੀਅਮ 'ਚ ਹੈ। ਤਾਂ ਪਹਿਲਾ ਕੁਐਸਚਨ, what is the total length of Great Plains of India? (2,400 kilometers). Which plains are called old alluvial plains? Bangar. Which plains have fertile soil? Khadar. याद कर लो खाद, हर साल उत्ते खाद जमा ਹੁੰਦੀ ਰਹਿੰਦੀ ਹੈ। True false? Babbar is a 8 to 16 kilometer wide strip along Shivalik foothills. True. Bangar area is situated near to the rivers. True. The high level plains along river Ganga are known as Poor. True. ਇਸ ਤਰ੍ਹਾਂ ਅਸੀਂ ਨੇ ਅੱਜ ਵਾਲੀ ਸਲਾਈਡ ਦੇ ਕੁਐਸਚਨ ਆਨਸਰ ਕੀਤੇ ਹਨ। ਜੇਕਰ ਇਸ ਸਲਾਈਡ ਨੂੰ ਅਸੀਂ ਇੰਗਲਿਸ਼ 'ਚ ਦੇਖੀਏ, plains of Indus, Ganga, Brahmaputra are one of the world's largest alluvial plains. ਸਭ ਤੋਂ ਜ਼ਿਆਦਾ ਸੰਸਾਰ ਦੇ ਉਪਜਾਊ ਮੈਦਾਨ ਹਨ। In India, their length is 2,400 kilometer and while their breadth varies between 150 to
300 ਕਿਲੋਮੀਟਰ। ਉਹਨਾਂ ਦੀ ਚੌੜਾਈ ਹੈ ਉਹ ਵੱਧਦੀ ਘੱਟਦੀ ਰਹਿੰਦੀ ਹੈ, ਕਿਤੇ 150, ਕਿਤੇ ਵੱਧ ਕਿਤੇ ਘੱਟ, ਲਗਭਗ ਘੱਟੋ ਘੱਟ ਕਹਿ ਸਕਦਾ ਵੀ 150 ਅਤੇ ਵੱਧ ਤੋਂ ਵੱਧ 300। ਰੀਜਨਲ ਡਾਇਵਰਸਿਟੀਜ਼ ਆਰ ਇੰਪੋਰਟੈਂਟ ਆਸਪੈਕਟ ਆਫ ਗੰਗਾ ਬ੍ਰਹਮਪੁੱਤਰਾ ਪਲੇਨਸ, ਭਾਵ ਖੇਤਰੀ ਭਿੰਨਤਾ ਪੈਦਾ ਪਾਈ ਜਾਂਦੀ ਹੈ। ਭਾਬਰ, ਇਟ ਇਜ਼ ਏ 8 to 16 ਕਿਲੋਮੀਟਰ ਵਾਈਡ ਸਟ੍ਰਿਪ along ਸ਼ਿਵਾਲਿਕ ਫੁੱਟ ਹਿਲਸ, ਰਿਵਰਸ ਡਿਪੋਜ਼ਿਟ ਰੌਕਸ ਐਂਡ ਸਟੋਨਸ। ਇੱਥੇ ਕੀ ਜਮ੍ਹਾਂ ਕਰਦੇ ਨੇ ਉਹ? ਕੰਕਰ ਪੱਥਰ। ਇਨ ਦਿਸ ਬੈਲਟ ਥੀਜ਼ ਰੌਕਸ ਐਂਡ ਸਟੋਨਸ ਆਰ ਹਾਈਲੀ ਪੋਰਸ, ਭਾਵ ਪੋਰਸ ਹੁੰਦਾ ਗਾ ਇਹਨਾਂ 'ਚ ਛੇਕ ਹੁੰਦੇ ਨੇ, ਪਾਣੀ ਨੂੰ ਛੇਤੀ ਸੋਖ ਲੈਂਦੇ ਨੇ। ਦਿਸ ਬੈਲਟ ਇਜ਼ ਨੋਟ ਬੈਨੀਫਿਸ਼ੀਅਲ ਫੋਰ ਐਗਰੀਕਲਚਰ, ਇਹ ਪੱਟੀ ਖੇਤੀਬਾੜੀ ਦੇ ਸਹਾਇਕ ਨਹੀਂ ਹੈ। ਤਰਾਈ, ਦਿਸ ਇਜ਼ 15 to 20 ਕਿਲੋਮੀਟਰ ਵਾਈਡ ਸਟ੍ਰਿਪ ਜਸਟ ਸਾਊਥ ਆਫ ਦਾ ਭਾਬਰ ਐਂਡ ਰਨਸ ਪੈਰਲ ਟੂ ਇਟ, ਭਾਬਰ ਦੇ 15 ਤੋਂ 20 ਕਿਲੋਮੀਟਰ ਦੱਖਣ ਵਾਲੇ ਪਾਸੇ ਇਸ ਪੱਟੀ ਨੂੰ ਅਸੀਂ ਤਰਾਈ ਕਹਿੰਦੇ ਹਾਂ। ਤਰ ਇਲਾਕਾ, ਸਿੱਲਾ। ਵਾਂਗਰ, ਦਿਸ ਏਰੀਆ ਇਜ਼ ਸਵਿਚਡ ਅਵੇ ਫਰੋਮ ਦਾ ਰਿਵਰਸ ਐਂਡ ਫਲੱਡ ਵਾਟਰਸ ਡੂ ਨੋਟ ਰੀਚ ਅਪ ਟੂ ਦਿਸ ਏਰੀਆ, ਦਿਸ ਇਜ਼ ਕਾਲਡ ਓਲਡ ਐਲੂਵੀਅਮ। ਇਹ ਨਦੀਆਂ ਤੋਂ ਦੂਰ ਹੁੰਦੇ ਹਨ ਅਤੇ ਇੱਥੇ ਨਦੀਆਂ ਦਾ ਪਾਣੀ, ਭਾਵ ਹੜ੍ਹਾਂ ਦਾ ਪਾਣੀ ਨਹੀਂ ਪਹੁੰਚ ਸਕਦਾ। ਖਾਦਰ, ਬੇਟ ਔਰ ਖਾਦਰ ਇਜ਼ ਅ ਨਿਊ ਐਲੂਵੀਅਮ ਕਲੋਜ਼ ਟੂ ਦਾ ਰਿਵਰਸ ਵਿਚ ਰਮੇਨਸ ਅੰਡਰ floods and the fertile alluvial soil deposited by floods in low-lying areas. This is very fertile soil. ਖਾਦਰ ਕੀ ਹੁੰਦਾ? ਹਰ ਸਾਲ ਇੱਥੇ ਹੜ੍ਹਾਂ ਦੁਆਰਾ ਨਵੀਂ ਮਿੱਟੀ ਦਾ ਜਮਾ ਹੁੰਦਾ ਰਹਿੰਦਾ ਹੈ ਅਤੇ ਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ। ਰੇ ਔਰ ਕਲਰ, these are infertile plains and their soil is saline. ਇਹ ਭਾਵ ਇਹਨਾਂ ਦੀ ਜੋ ਮਿੱਟੀ ਹੈ ਉਹ ਨਮਕੀਨ ਹੁੰਦੀ ਹੈ, ਲੂਣੀ ਮਿੱਟੀ ਹੁੰਦੀ ਹੈ। ਭੂਰ, ਦਾ ਹਾਈ ਲੈਵਲ ਪਲੇਨਸ ਅਲੋਂਗ ਰਿਵਰ ਗੰਗਾ ਆਰ ਨੋਨ ਐਜ਼ ਭੂਰ, ਜੋ ਗੰਗਾ ਦੇ ਨਾਲ ਉੱਚੇ ਖੇਤਰ ਹਨ ਉਹਨਾਂ ਨੂੰ ਭੂਰ ਆਖਿਆ ਜਾਂਦਾ। ਤਾਂ ਇਸ ਦਾ ਇੱਕ ਅਸੀਂ ਟਰੂ ਫਾਲਸ ਕੀਤਾ ਸੀ। ਬਾਂਗਰ ਏਰੀਆ ਇਜ਼ ਸਿਚੁਏਟਡ, ਬਾਂਗਰ ਏਰੀਆ ਇਜ਼ ਸਿਚੁਏਟਡ ਨੀਅਰ ਟੂ ਦਾ ਰਿਵਰਸ, ਇਹ ਫਾਲਸ ਹੈ, ਟਰੂ ਨਹੀਂ ਹੈ। ਇਹ ਨਦੀਆਂ ਤੋਂ ਦੂਰ ਹੁੰਦੇ ਨੇ ਅਤੇ ਉੱਚੇ ਹੁੰਦੇ ਨੇ, ਤਾਂ ਇਹ ਸਾਡਾ ਫਾਲਸ ਹੈ, ਬਾਕੀ ਦੋਨੋਂ ਸਾਡੇ ਟਰੂ ਨੇ। ਇਹ ਦੇਖ ਲੈਣਾ। ਇਹ ਤੁਹਾਨੂੰ ਸਲਾਈਡ ਪੜ੍ਹਾਈ ਹੈ ਤਾਂ ਕਿ ਤੁਹਾਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਸਕੇ। ਇਸ ਤਰ੍ਹਾਂ ਅਸੀਂ ਨੇ ਅੱਜ ਵਾਲੀ ਸਲਾਈਡ ਦਾ ਕੰਮ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਮੀਡੀਅਮਾਂ ਵਿੱਚ ਕੀਤਾ ਹੈ। ਇੱਥੇ ਲਿਖਿਆ ਹੋਇਆ ਵਾਂਗਰ ਦੇ ਇਲਾਕੇ ਨਦੀਆਂ ਦੇ ਨੇੜੇ ਉੱਚੇ ਇਲਾਕੇ ਹੁੰਦੇ ਹਨ। ਵਾਂਗਰ ਦੇ ਇਲਾਕੇ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਹਨ, ਤਾਂ ਇਹ ਵੀ ਸਾਡਾ ਗਲਤ ਹੈ। ਨਦੀਆਂ ਤੋਂ ਦੂਰ ਹੁੰਦੇ ਨੇ, ਇਹ ਨਦੀਆਂ ਦੇ ਨੇੜੇ ਨਹੀਂ ਹੁੰਦੇ। ਨਦੀਆਂ ਤੋਂ ਦੂਰ ਹੁੰਦੇ ਨੇ, ਨਦੀਆਂ ਤੋਂ ਨੇੜੇ ਨਹੀਂ। ਇਸ ਤਰ੍ਹਾਂ ਇਹ ਵੀ ਤੁਸੀਂ ਆਪਣਾ ਠੀਕ ਕਰ ਲਿਓ, ਕਿਉਂਕਿ ਪੈਰਾ ਪੜ੍ਹ ਕੇ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਜੇਕਰ ਅਸੀਂ ਕਾਹਲੀ ਕਰਾਂਗੇ ਤਾਂ ਉਸ ਦੇ ਵਿੱਚ ਅਸੀਂ ਗਲਤੀ ਕਰ ਸਕਦੇ ਹਾਂ। ਕੁਝ ਕੁ ਹੀ ਸ਼ਬਦਾਂ ਦਾ ਫਰਕ ਹੁੰਦਾ ਹੈ, ਸਾਨੂੰ ਲੱਗਦਾ ਹੈ ਕਿ ਉੱਦਾਂ ਹੀ ਹੈ ਪਰ ਫਰਕ ਹੁੰਦਾ ਗਾ, ਤਾਂ ਕਰਕੇ ਚੰਗੀ ਤਰ੍ਹਾਂ ਸਾਨੂੰ ਪੈਰਾਗ੍ਰਾਫ ਪੜ੍ਹਨਾ ਚਾਹੀਦਾ। ਧੰਨਵਾਦ।